ਸਾਇੰਸ ਮਿਸਟਰਸ GSS ਲੋਗੜ ਅੱਜ ਤੁਹਾਨੂੰ ਕਰਾ ਰਹੇ ਹਾਂ ਮੋਲ ਕੰਸੈਪਟ। ਮੋਲ ਕੰਸੈਪਟ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ ਹੁੰਦਾ ਕੀ ਹੈਗਾ। ਜਿਵੇਂ ਅਸੀਂ ਕੋਈ ਚੀਜ਼ ਖਰੀਦਦੇ ਹਾਂ, ਠੀਕ ਹੈ, ਇੱਕ ਦਰਜਨ 'ਚ 12 ਸੇਬ ਜਾਂ 12 ਕੇਲੇ 12 ਅਮਰੂਦ ਆਉਂਦੇ ਹੈ, ਤਾਂ ਇੱਕ ਦਰਜਨ ਕਿਹਦੇ ਬਰਾਬਰ ਹੋ ਗਿਆ ਕੁਆਂਟਿਟੀ, ਠੀਕ ਹੈ, 12 ਚੀਜ਼ਾਂ ਮਤਲਬ 12 ਗ੍ਰਾਮ ਚੀਜ਼ਾਂ ਦੀ ਹੋ ਗਈ ਦਰਜਨ ਦੇ ਵਿੱਚ। ਤਾਂ ਹੁਣ ਦੇਖੋ ਅਸੀਂ ਕੀ ਲਿਆ, ਸੇਬ ਲਿਆ, ਸੇਬ ਦਾ ਭਾਰ 12 ਦਾ ਹੋਰ ਹੋਏਗਾ, ਕੇਲਿਆਂ ਦਾ ਹੋਰ ਹੋਏਗਾ, ਚੀਕੂ ਦਾ ਹੋਰ ਹੋਏਗਾ, ਠੀਕ ਹੈ। ਤਾਂ ਅਸੀਂ ਇੱਕ ਮੋਲ ਦੇ ਵਿੱਚ ਅਗਰ ਚੀਜ਼ਾਂ ਦੇਖੀਏ, ਕੁਆਂਟਿਟੀ ਦੇਖੀਏ, 12 ਹੀ ਆਉਣਗੀਆਂ, ਪਰ ਉਹਨਾਂ ਦਾ ਭਾਰ ਕਿੰਨੇ, 1 ਕਿਲੋ ਮਤਲਬ ਇੱਕ ਦਰਜਨ ਦੇ ਵਿੱਚ, ਠੀਕ ਹੈ, 12 ਚੀਜ਼ਾਂ, ਪਰ ਉਹਨਾਂ ਦਾ ਭਾਰ ਕੀ ਹੈ, ਅਲੱਗ-ਅਲੱਗ ਹੋਏਗਾ। ਤਾਂ ਇਹ ਮੋਲ ਕੰਸੈਪਟ ਵੀ ਬਿਲਕੁਲ ਬੇਸਿਕ ਹੈ। ਇਸ ਨੂੰ ਸਮਝਣ ਲਈ ਅਸੀਂ ਪੜ੍ਹਦੇ ਹੈਗੇ ਆ ਮੋਲ ਕੰਸੈਪਟ। ਇਹ ਹੈਗਾ ਐਵੋਗੈਡਰੋ ਨੰਬਰ। ਇੱਕ ਮੋਲ ਦੇ ਵਿੱਚ 6.02 10⁻23 ਮੋਲਸ ਪਾਰਟੀਕਲਸ ਹੁੰਦੇ ਆ। ਅਗਰ ਐਟਮ ਦੇ ਜਾਂ ਮੋਲੀਕਿਊਲਸ ਦੇ, ਅਣੂ ਦੇ, ਪਰਮਾਣੂ ਦੇ, ਠੀਕ ਹੈ, ਇਲੈਕਟ੍ਰੋਨਸ। ਤਾਂ ਇੱਕ ਮੋਲ ਦੇ ਵਿੱਚ ਜਿਸ ਤਰ੍ਹਾਂ ਇੱਕ ਦਰਜਨ 'ਚ 12 ਚੀਜ਼ਾਂ ਹੁੰਦੀਆਂ, ਕੇਲੇ ਜਾਂ ਸੇਬ, ਇਸੇ ਤਰ੍ਹਾਂ ਇੱਕ ਮੋਲ ਦੇ ਵਿੱਚ ਕਿੰਨੇ ਐਵੋਗੈਡਰੋ ਨੰਬਰਸ ਹੋਣਗੇ? 6.02 10⁻23 ਐਵੋਗੈਡਰੋ ਨੰਬਰ ਹੋਣਗੇ, ਠੀਕ ਹੈ। ਇਸ ਨੂੰ ਥੋੜ੍ਹਾ ਹੀ ਬੇਸਿਕ ਹੈਗਾ ਸਮਝਣ ਲਈ, ਪਰ ਜ਼ਿਆਦਾ ਕੀ ਹੈ ਇਹਦੇ ਵਿੱਚ ਅਸੀਂ ਸਮਝ ਸਕਦੇ ਹਾਂ ਨਿਊਮੈਰੀਕਲਸ ਕਰਕੇ, ਠੀਕ ਹੈ। ਬੇਸਿਕ ਕੰਸੈਪਟ ਅਗਰ ਸਮਝ ਆਏਗਾ, ਜਿਵੇਂ ਅਸੀਂ ਇੱਕ ਕੰਟੇਨਰ ਲਿਆ ਹੈਗਾ, ਕੰਟੇਨਰ ਦੇ ਵਿੱਚ ਥੋੜ੍ਹੇ ਵੱਡੇ ਮੋਲੀਕਿਊਲਸ ਕੰਸੀਡਰ ਕਰੋ ਇਹਨਾਂ ਬੋਲਸ ਨੂੰ। ਤਾਂ ਇਹਨਾਂ ਦੀ ਦੇਖੋ ਵੋਲਿਊਮ ਫਿਕਸ ਹੈ, ਇਹਨਾਂ ਦੀ ਕੁਆਂਟਿਟੀ ਜਿਹੜੇ ਵੱਡੀਆਂ ਬੋਲਸ ਹੈਗੀਆਂ ਇਹਨਾਂ ਦੀ ਘੱਟ ਆਏਗੀ। ਅਗਰ ਅਸੀਂ ਸਾਈਜ਼ ਜ਼ਿਆਦਾ ਛੋਟਾ ਲੈ ਲਈਏ, ਮੋਤੀ ਜਾਂ ਬੀਡਸ ਵਗੈਰਾ, ਤਾਂ ਉਹਨਾਂ ਦੀ ਕੁਆਂਟਿਟੀ ਕੀ ਆਏਗੀ? ਜ਼ਿਆਦਾ ਆਏਗੀ। ਤਾਂ ਇੱਕ ਫਿਕਸ ਵੋਲਿਊਮ ਕਹਿ ਲਓ, ਉਹਦੇ ਵਿੱਚ ਕਿੰਨੇ ਨੰਬਰ ਆਫ ਐਟਮਸ, ਅਣੂ ਆਉਂਦੇ ਹੈ ਜਾਂ ਮੋਲੀਕਿਊਲਸ ਆਉਂਦੇ ਹੈਗੇ ਆ, ਉਹ ਕੀ ਹੈ, ਠੀਕ ਹੈ, ਉਹਨਾਂ ਦੀ ਗਿਣਤੀ। ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਮੋਲ ਕੰਸੈਪਟ। ਇਹਨਾਂ ਦਾ ਵੇਟ ਕੀ ਹੈ? ਬਰਾਬਰ ਹੋਏਗਾ, ਠੀਕ ਹੈ। ਅਗਰ ਅਸੀਂ ਇਹਨਾਂ ਦੋਨੋਂ ਬੋਟਲਸ ਨੂੰ ਦੇਖੀਏ ਤਾਂ ਇਹਨਾਂ ਦਾ ਭਾਰ ਆਏਗਾ। ਲੈਟਸ ਸਟੱਡੀ ਅਬਾਊਟ ਦੀ ਮੋਲ ਕੰਸੈਪਟ। ਮੋਲ ਕੰਸੈਪਟ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਪਰਮਾਣੂ ਪੁੰਜ, ਮੋਲੀਕੂਲਰ ਮਾਸ ਕੈਲਕੂਲੇਟ ਕਰਨਾ ਹੋਏਗਾ। ਜਿਵੇਂ ਵਾਟਰ ਹੈਗਾ, ਵਾਟਰ ਦੇ ਵਿੱਚ 2 ਹਾਈਡਰੋਜਨ ਹੈ, ਇੱਕ ਦਾ ਹਾਈਡਰੋਜਨ ਦਾ ਮਾਸ ਕਿੰਨਾ ਹੈਗਾ? 1.02, ਔਰ ਆਕਸੀਜਨ ਦਾ 16 ਗ੍ਰਾਮ, ਠੀਕ ਹੈ। ਜਾਂ ਹਾਈਡਰੋਜਨ ਦਾ 1 ਗ੍ਰਾਮ ਲਾ ਸਕਦੇ ਹੋ ਤੁਸੀਂ ਪਰ ਮੋਲ। ਤਾਂ ਟੋਟਲ ਕਿੰਨਾ ਹੋ ਗਿਆ? 2.16 ਅਤੇ 16, ਟੋਟਲ 18 ਗ੍ਰਾਮ। ਰਾਊਂਡ ਆਫ ਕਰਕੇ ਅਸੀਂ ਪਾਣੀ ਦਾ ਮੋਲੀਕੂਲਰ ਮਾਸ ਜਾਂ ਪਰਮਾਣੂ ਪੁੰਜ ਕਿੰਨਾ ਲੈਂਦੇ ਹੈਗੇ ਆ? 18 ਗ੍ਰਾਮ। ਇਸੇ ਤਰ੍ਹਾਂ ਅਸੀਂ ਹੋਰ ਸਬਸਟੈਂਸ ਜਿਵੇਂ ਕੈਲਸ਼ੀਅਮ ਕਾਰਬੋਨੇਟ ਹੈ, ਇਹਦਾ ਮੋਲੀਕੂਲਰ ਮਾਸ ਕੱਢਣ ਲੱਗੇ ਹਾਂ। ਟੋਟਲ ਮੋਲੀਕਿਊਲ, ਠੀਕ ਹੈ, ਐਟਮਸ ਤੋਂ ਮਿਲ ਕੇ ਮੋਲੀਕਿਊਲ ਬਣਦਾ। ਕੈਲਸ਼ੀਅਮ ਦਾ ਕਿੰਨਾ ਹੁੰਦਾ? 40। ਇੱਕ ਕੈਲਸ਼ੀਅਮ ਹੈ, ਇੱਕ ਕਾਰਬਨ ਹੈ, 12 ਗ੍ਰਾਮ, ਅਤੇ 3 ਆਕਸੀਜਨ ਹੈ, 3 ਗੁਣਾ 16, 48 ਗ੍ਰਾਮ। ਟੋਟਲ ਜੋੜ ਕਿੰਨਾ ਆ ਗਿਆ? 100 ਅਟੋਮਿਕ ਮਾਸ ਯੂਨਿਟ, ਯੂ ਕੈਨ ਸੇ ਗ੍ਰਾਮ, ਠੀਕ ਹੈ। ਤਾਂ ਇੱਦਾਂ ਤੁਸੀਂ ਪਹਿਲਾਂ ਇਸ ਚੀਜ਼ ਨੂੰ ਕੈਲਕੂਲੇਟ ਕਰਨਾ ਸਿੱਖੋ। ਨਾਈਟ੍ਰੋਜਨ ਦਾ ਮੋਲੀਕੂਲਰ ਮਾਸ ਕਿੰਨਾ ਹੋਏਗਾ? 14, ਠੀਕ ਹੈ। ਨਾਈਟ੍ਰੋਜਨ ਦਾ ਅਟੋਮਿਕ ਮਾਸ ਕਿੰਨਾ ਹੁੰਦਾ? 14, ਅਤੇ N2 ਹੈਗਾ ਇੱਥੇ ਮੋਲੀਕਿਊਲ ਦੀ ਫੋਰਮ 'ਚ ਹੈਗਾ, ਤਾਂ 2 ਗੁਣਾ 14 28 ਗ੍ਰਾਮ ਹੋ ਜਾਏਗਾ। ਹੁਣ ਇਹਦੇ ਵਿੱਚ ਕੀ ਪੁੱਛਿਆ? 1 ਮੋਲ, ਠੀਕ ਹੈ। ਪਹਿਲਾਂ ਮੋਲ ਕੰਸੈਪਟ, 1 ਮੋਲ ਕਿੰਨੇ ਦੇ ਬਰਾਬਰ ਹੋਏਗਾ? 28 ਗ੍ਰਾਮ ਦੇ। ਤਾਂ ਅੱਧਾ ਮੋਲ, ਠੀਕ ਹੈ। ਅਗਰ ਇੱਥੋਂ ਦੇਖੋ ਰੇਸ਼ੋ ਲਗਾ ਕੇ ਇਹ ਅੱਧਾ, ਤਾਂ ਆਨਸਰ ਕਿੰਨਾ ਆ ਜਾਏਗਾ? 14 ਗ੍ਰਾਮ। ਜਾਂ ਤੁਸੀਂ ਇਕਾਈ ਮੈਥਡ ਨਾਲ ਕੱਢ ਸਕਦੇ ਹੋ। ਪਹਿਲਾਂ ਮੋਲੀਕੂਲਰ ਮਾਸ ਕੱਢਣਾ ਸਿੱਖੋ, ਠੀਕ ਹੈ, ਕਿਵੇਂ ਹੋਏਗਾ। ਤਾਂ ਅਸੀਂ ਕਰੀਏ ਮੋਲ ਕੰਸੈਪਟ ਕੀ ਹੁੰਦਾ। ਦੁਬਾਰਾ ਦੇਖੋ ਤੁਸੀਂ, 1 ਮੋਲ ਦੇ ਵਿੱਚ ਕਿੰਨੇ ਹੋਣਗੇ? ਐਵੋਗੈਡਰੋ ਨੰਬਰ ਆਫ ਪਾਰਟੀਕਲਸ ਹੋਣਗੇ। ਅਗਰ ਐਟਮਸ ਹੈ ਤਾਂ ਐਟਮਸ ਹੋਣਗੇ, ਮੋਲੀਕਿਊਲਸ ਹੈ, ਠੀਕ ਹੈ, ਅਣੂ, ਪਰਮਾਣੂ, ਕੁਛ ਵੀ ਹੋ ਸਕਦਾ ਹੈਗਾ, ਐਨੀ ਪਾਰਟੀਕਲ। 1 ਮੋਲ ਕਿਹਦੇ ਬਰਾਬਰ ਹੁੰਦਾ? ਗ੍ਰਾਮ ਅਟੋਮਿਕ ਮੋਲੀਕੂਲਰ ਮਾਸ ਦੇ ਬਰਾਬਰ, ਠੀਕ ਹੈ। ਜਿਵੇਂ ਅਸੀਂ ਕੈਲਸ਼ੀਅਮ ਕਾਰਬੋਨੇਟ ਦਾ ਕੱਢਿਆ ਸੀਗਾ 100 ਗ੍ਰਾਮ। ਤਾਂ 1 ਮੋਲ ਅਗਰ ਅਸੀਂ ਕੈਲਸ਼ੀਅਮ ਕਾਰਬੋਨੇਟ ਦਾ ਲਈਏ, 1 ਮੋਲ ਕੈਲਸ਼ੀਅਮ ਕਾਰਬੋਨੇਟ ਦਾ ਲਈਏ,
ਤਾਂ ਉਹਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਦੇ ਕਿੰਨੇ ਅਣੂ ਹੋਣਗੇ, ਐਵੋਗੈਡਰੋ ਨੰਬਰ, ਤੇ ਉਹਦਾ ਮਾਸ ਕਿੰਨਾ ਹੋਏਗਾ 100 ਗ੍ਰਾਮ। ਬਸ ਇਹਨਾਂ ਦੇ ਵਿੱਚ ਤੁਸੀਂ ਯੂਨਿਟੀ ਮੈਥਡ ਨਾਲ ਪਹਿਲਾਂ ਸਿੱਖ ਲਓ, ਠੀਕ ਹੈ। ਜਿਵੇਂ ਅਗਰ ਵੋਲਿਊਮ ਹੈ ਤਾਂ 22.4 ਲੀਟਰ 22.4 ਲੀਟਰ ਹੋਏਗਾ। ਅਗਰ ਕੋਈ ਮੋਲੀਕਿਊਲ ਹੈ ਤਾਂ ਉਹਦਾ ਗ੍ਰਾਮ ਮੋਲੀਕੂਲਰ ਮਾਸ ਲਵਾਂਗੇ। ਔਰ ਮੋਲ ਕੰਸੈਪਟ ਹੈ, ਇਹ ਅਸੀਂ ਪਹਿਲਾਂ ਨਾ ਯੂਨਿਟੀ ਮੈਥਡ ਨਾਲ ਅਸੀਂ ਸਿੱਖਦੇ ਹੈਗੇ ਆ। ਕਿਤੇ ਗੁਣਾ ਕਰਨੀ ਹੈ, ਡਿਵਾਈਡ ਕਰਨਾ, ਠੀਕ ਹੈ। ਇਹ ਇੱਕ ਮੋਲ ਕੰਸੈਪਟ ਦਾ ਤੁਹਾਨੂੰ ਚਾਰਟ ਦਿੱਤਾ ਹੋਇਆ, ਕਿਵੇਂ ਇਹਦੇ ਰਾਹੀਂ ਤੁਸੀਂ ਡਿਵਾਈਡ ਕਰਕੇ ਜਾਂ ਗੁਣਾ ਕਰਕੇ ਕਰ ਸਕਦੇ ਹੋ। ਤਾਂ ਅੱਗੇ ਅਸੀਂ ਦੇਖਦੇ ਹੈਗੇ ਆ ਮੋਲ ਕੰਸੈਪਟ ਦੇ ਬਾਰੇ। ਮੋਲ ਕੰਸੈਪਟ ਕਿਹਨੇ ਦਿੱਤਾ ਸੀ, ਇੱਕ ਸਾਇੰਟਿਸਟ ਐਮੀਡਸ ਇਸਨੇ, ਠੀਕ ਹੈ। 1776 MEDO 1776 ਤੋਂ ਲੈ ਕੇ 1856 ਈਸਵੀ ਤੱਕ ਇਹਨੇ ਦੱਸਿਆ ਕਿ ਜਿਸ ਤਰ੍ਹਾਂ ਇੱਕ ਦਰਜਨ ਦੇ ਵਿੱਚ 12 ਕੋਈ ਵੀ ਪਾਰਟੀਕਲਸ ਹੁੰਦੇ ਆ, ਤਾਂ ਇੱਕ ਮੋਲ ਦੇ ਵਿੱਚ 6.02 3 10⁻23, ਠੀਕ ਹੈ, ਬਿਲੀਅਨ ਟ੍ਰਿਲੀਅਨਸ ਮੋਲੀਕਿਊਲਸ ਹੋ ਸਕਦੇ ਹੈਗੇ ਆ। ਜੇ ਐਟਮ ਹੈ ਤਾਂ ਐਟਮ ਹੋਣਗੇ, ਐਨੀ ਪਾਰਟੀਕਲਸ, ਠੀਕ ਹੈ। ਮੋਲੀਕਿਊਲਸ ਹੋ ਸਕਦੇ ਆ, ਕੰਪਾਊਂਡਸ ਹੋ ਸਕਦੇ ਆ, ਆਇਨਸ, ਠੀਕ ਹੈ। ਤਾਂ ਇਹ ਸੀਗਾ ਐਵੋਗੈਡਰੋ ਨੰਬਰ। ਇੱਕ ਮੋਲ ਕਿਹਦੇ ਬਰਾਬਰ ਹੈ, ਐਵੋਗੈਡਰੋ ਨੰਬਰ। ਸੇਮ ਇੱਕ ਡਜ਼ਨ 'ਚ 12, ਠੀਕ ਹੈ। ਜਿਵੇਂ ਤੁਸੀਂ ਇੱਕ ਕੁਐਸਚਨ ਕਰਦੇ ਹਾਂ ਅਸੀਂ, ਸਿਲਵਰ ਦਾ ਮੋਲੀਕੂਲਰ ਮਾਸ ਕਿੰਨਾ ਹੈਗਾ 107.9 ਗ੍ਰਾਮ। ਜੇ ਤੁਸੀਂ ਟੇਬਲ ਦੇ ਅਕੋਰਡਿੰਗ ਯਾਦ ਕਰ ਸਕਦੇ ਹੋ। ਤਾਂ ਇਹਨੇ ਪੁੱਛਿਆ 25 ਗ੍ਰਾਮ ਕਿੰਨੇ ਮੋਲ ਦੇ ਆ, ਗਿਵਨ ਮਾਸ ਹੋ ਗਿਆ। ਜੇ ਤਾਂ ਤੁਸੀਂ ਫਾਰਮੂਲੇ ਗਿਵਨ ਮਾਸ, ਠੀਕ ਹੈ, ਤਾਂ ਨੰਬਰ ਆਫ ਮੋਲਸ ਕੱਢਣੇ ਆ। ਗਿਵਨ ਮਾਸ ਜਿਹੜਾ ਅਪੋਨ ਮੋਲੀਕੂਲਰ ਮਾਸ, ਮੋਲੀਕੂਲਰ ਜਾਂ ਐਟੋਮਿਕ ਮਾਸ ਦੇ ਨਾਲ ਡਿਵਾਈਡ ਕਰ ਸਕਦੇ ਹੋ। ਜਾਂ ਯੂਨਿਟੀ ਮੈਥਡ ਕਿਵੇਂ ਲਗਾਵਾਂਗੇ ਅਸੀਂ, 107.8 ਗ੍ਰਾਮ ਅਗਰ ਸਿਲਵਰ ਹੈ ਤਾਂ ਉਹ ਕਿੰਨੇ ਦੇ ਬਰਾਬਰ ਹੋਊਗਾ, 1 ਮੋਲ ਦੇ, ਠੀਕ ਹੈ। 1 ਗ੍ਰਾਮ ਲਈ ਕਿੰਨਾ ਹੋਏਗਾ, 1/107.8। ਅਤੇ ਇਹਨੇ ਕਿੰਨਾ ਪੁੱਛਿਆ 25.5 ਗ੍ਰਾਮ ਦੇ ਕਿੰਨੇ ਮੋਲ ਬਣਨਗੇ, ਇੰਟੂ 25.5 ਗ੍ਰਾਮ। ਇਹ ਹੈਗਾ ਯੂਨਿਟੀ ਮੈਥਡ। ਤੁਸੀਂ ਕੱਟੋਗੇ ਇਹਨੂੰ ਅਤੇ ਆਨਸਰ ਕੱਢ ਲਓਗੇ ਇੰਨੇ ਮੋਲ, ਠੀਕ ਹੈ। ਥੋੜ੍ਹੀ ਜਿਹੀ ਸਪੇਸ ਅਗਰ ਖਾਲੀ ਮਿਲੀ ਤਾਂ ਹੋਰ ਦੁਬਾਰਾ ਅਸੀਂ ਯੂਨਿਟੀ ਮੈਥਡ ਰਾਹੀਂ ਪਹਿਲਾਂ ਕੱਢਣ ਦੀ ਕੋਸ਼ਿਸ਼ ਕਰੋ, ਜਾਂ ਫਾਰਮੂਲਾ ਲਾਓ ਨੰਬਰ ਆਫ ਮੋਲਸ ਗਿਵਨ ਮਾਸ ਅਪੋਨ ਮੋਲੀਕੂਲਰ ਮਾਸ। ਜਿਵੇਂ ਆਹ ਇਹਨਾਂ ਨੇ ਅਗਲਾ ਨੂਮੈਰੀਕਲ ਹੈਗਾ ਜ਼ਿੰਕ ਦਾ, ਠੀਕ ਹੈ। ਕਿਵੇਂ ਕੱਢ ਰਹੇ ਹਾਂ ਅਸੀਂ, 1 ਮੋਲ ਕਿਹਦੇ ਬਰਾਬਰ ਹੈਗਾ, ਐਵੋਗੈਡਰੋ ਨੰਬਰ ਔਰ ਗ੍ਰਾਮ ਮੋਲੀਕੂਲਰ ਮਾਸ। ਜਿਵੇਂ ਗ੍ਰਾਮ ਮੋਲੀਕੂਲਰ ਮਾਸ ਪੁੱਛਿਆ ਹੋਵੇ, ਠੀਕ ਹੈ, ਉਸ ਤੋਂ ਮੋਲਸ ਬਣਾ ਸਕਦੇ ਹਾਂ। ਉਸ ਗਿਵਨ 'ਚ ਕਿੰਨੇ ਹੋਣਗੇ, ਗਿਵਨ ਮਾਸ 'ਚ ਕਿੰਨੇ ਐਵੋਗੈਡਰੋ ਨੰਬਰਸ ਹੋਣਗੇ, ਕਿੰਨੇ ਐਟਮਸ ਹੋਣਗੇ। ਲਾਈਕ 1 ਮੋਲ ਜ਼ਿੰਕ ਦਾ ਉਹਦੇ ਮੋਲੀਕੂਲਰ ਮਾਸ ਦੇ ਬਰਾਬਰ ਹੈ, ਜਾਂ ਐਟੋਮਿਕ ਮਾਸ ਕਹਿ ਸਕਦੇ ਹੋ 65.38 ਹੈ। ਤਾਂ ਇੰਨੇ ਦੇ ਵਿੱਚ ਕਿੰਨੇ ਹੋਣਗੇ, ਠੀਕ ਹੈ। ਤਾਂ ਇਹ ਗਿਵਨ ਮਾਸ ਹੋ ਗਿਆ। ਗਿਵਨ ਮਾਸ ਕਿਹੜਾ ਹੈ, ਇਹ ਹੈ। ਗਿਵਨ ਮਾਸ ਨੂੰ ਮੋਲੀਕੂਲਰ ਮਾਸ ਨਾਲ ਡਿਵਾਈਡ ਕਰ ਲਓ। ਗਿਵਨ ਮਾਸ ਜੋ ਆਸਕਡ ਹੈ ਅਪੋਨ ਮੋਲੀਕੂਲਰ ਮਾਸ, ਤਾਂ ਇਹਨੂੰ ਡਿਵਾਈਡ ਕਰਦੇ ਹਾਂ ਅਸੀਂ, ਇੰਨੇ ਆਨਸਰ ਆ ਜਾਂਦਾ। ਜਾਂ ਤੁਸੀਂ ਯੂਨਿਟੀ ਮੈਥਡ ਨਾਲ ਕਰੋ, 65.38 ਗ੍ਰਾਮ ਕਿਹਦੇ ਬਰਾਬਰ ਹੈ, 1 ਮੋਲ ਆਫ ਜ਼ਿੰਕ ਦੇ ਬਰਾਬਰ ਹੈ। 1 ਗ੍ਰਾਮ ਕਿੰਨੇ ਦੇ ਬਰਾਬਰ ਹੋਊ, 65.38 ਨੀਚੇ ਆ ਜਾਊਗਾ। ਅਤੇ ਉਹਨਾਂ ਨੇ ਜੋ ਕੁਝ ਪੁੱਛਿਆ ਵੀ ਇੰਨੇ ਦੇ ਕਿੰਨੇ ਮੋਲਸ ਬਣਨਗੇ, ਤਾਂ ਇੰਟੂ ਹੋ ਜਾਏਗਾ, ਠੀਕ ਹੈ। ਜਿਵੇਂ ਅਸੀਂ ਸਾਰੇ ਕੱਢਦੇ ਹੈਗੇ ਸਵਾਲ ਵਗੈਰਾ ਯੂਨਿਟੀ ਮੈਥਡ ਨਾਲ ਵੀ। 1 ਕਮੀਜ਼ ਦਾ ਰੇਟ ਇੰਨਾ, 10 ਕਮੀਜ਼ਾਂ ਦਾ ਕਿੰਨਾ ਹੋਏਗਾ ਸੇਮ। ਜਾਂ ਵੀ 65 ਗ੍ਰਾਮ ਹੈ, ਉਹ ਕਿੰਨੇ ਦੇ ਬਰਾਬਰ ਹੈ, 1 ਮੋਲ ਦੇ। ਅਸੀਂ ਤੁਹਾਨੂੰ 120 ਗ੍ਰਾਮ ਦਿੱਤਾ, ਉਹਦੇ ਵਿੱਚ ਕਿੰਨੇ ਮੋਲ ਹੋਣਗੇ। ਤਾਂ ਇਹ ਯੂਨਿਟ ਮੈਥਡ ਜਿਵੇਂ ਤੁਸੀਂ ਆਮ ਕੁਐਸਚਨਸ ਕਰਦੇ ਰਹੇ ਹੋ 6ਵੀਂ 7ਵੀਂ ਦੇ ਵਿੱਚ। ਹਾਊ ਮੈਨੀ ਮੋਲਸ ਆਫ ਦੀ ਸੁਕਰੋਜ਼, ਸੁਕਰੋਜ਼ ਦਾ ਫਾਰਮੂਲਾ, ਠੀਕ ਹੈ, ਇਹ ਹੁੰਦਾ C6 ਗਲੂਕੋਜ਼ ਦਾ ਲਗਾ ਕੇ ਚਲੋ ਇਹ ਗਲੂਕੋਜ਼ ਦਾ, ਠੀਕ ਹੈ। ਤਾਂ 6 ਗੁਣਾ 12 ਇਹਦੇ ਹੋ ਗਏ, ਪਲੱਸ 12 ਗੁਣਾ 1 ਪਲੱਸ 6 ਇੰਟੂ 16। ਇੱਦਾਂ ਕਰਕੇ ਸ਼ਾਇਦ ਸੁਕਰੋਜ਼ ਦਾ 342 ਗ੍ਰਾਮ ਮੋਲੀਕੂਲਰ ਮਾਸ ਕੱਢ ਲਾਂਗੇ। ਇਹਨਾਂ ਨੇ ਪੁੱਛਿਆ ਸੁਕਰੋਜ਼ ਦੇ ਇੱਕ, ਦੇਖੋ ਜਿਹੜੇ ਐਵੋਗੈਡਰੋ ਨੰਬਰ ਹੈ, ਠੀਕ ਹੈ,
ਐਵੋਗੈਡਰੋ ਨੰਬਰ ਆਫ ਸੁਕਰੋਜ਼ ਹੈ ਉਹ ਕਿੰਨੇ ਦੇ ਬਰਾਬਰ ਹੋਊਗਾ 1 ਮੋਲ ਦੇ ਬਰਾਬਰ। ਠੀਕ ਹੈ, ਇਹਨਾਂ ਨੇ 2 ਮੋਲਸ ਦਾ ਪੁੱਛਿਆ ਤਾਂ ਡਬਲ ਆਂਸਰ ਆ ਜਾਏਗਾ 2 ਮੋਲਸ ਇੰਟੂ 2 ਕਰ ਲਾਂਗੇ। ਠੀਕ ਹੈ, ਤਾਂ 12 ਪੁਆਇੰਟ ਕੁਛ ਆਂਸਰ ਆ ਜਾਏਗਾ 1.2। ਠੀਕ ਹੈ, ਇਹ ਵਾਲਾ ਆਂਸਰ ਆ ਰਿਹਾ ਹੈਗਾ। ਠੀਕ ਹੈ, 2 ਮੋਲਸ ਦਾ ਪੁੱਛਿਆ 1 ਮੋਲ 'ਚ ਕਿੰਨੇ ਐਟਮਸ ਹੋਣਗੇ, ਹਾਊ ਮੈਨੀ ਮੋਲੀਕਿਊਲਸ ਆਫ ਦੀ ਸੁਕਰੋਜ਼। ਐਟਮਸ ਦੀ ਬਜਾਏ ਇੰਨੇ ਮੋਲੀਕਿਊਲਸ ਲਿਖ ਸਕਦੇ ਹੋ। 2 ਮੋਲਸ 'ਚ 1 'ਚ ਇੰਨੇ ਆ ਤਾਂ 2 'ਚ ਕਿੰਨੇ ਹੋਣਗੇ, ਇੱਦਾਂ ਕਰਕੇ ਤੁਸੀਂ ਇਹ ਸਵਾਲ ਕਰ ਸਕਦੇ ਹੋ। ਕਿਉਂ ਅਗਲਾ ਕੁਐਸਚਨ ਹੈਗਾ ਪਾਣੀ ਦੇ 1 ਮੋਲ ਦਾ ਵੇਟ ਕਿੰਨਾ ਹੁੰਦਾ। ਹੁਣੇ ਵਾਟਰ ਦਾ ਕੱਢਿਆ ਸੀ 1 ਮੋਲ ਦਾ ਵੇਟ ਕਿੰਨਾ ਹੈਗਾ 18 ਗ੍ਰਾਮ ਅਤੇ 0.125 ਦਾ ਇਹ ਮੇਰਾ ਖਿਆਲ ਕਿੰਨਵਾਂ ਹਿੱਸਾ 6ਵਾਂ ਹਿੱਸਾ ਹੈ ਨਾ। 0.5 ਦਾ ਅੱਧਾ 1/4 1/18 ਦਾ ਬਟੇ 4 ਆ ਜੂਗਾ 9/2 4.5 ਆਂਸਰ ਆ ਗਿਆ। ਠੀਕ ਹੈ, ਇਸ ਤਰ੍ਹਾਂ ਕਰ ਸਕਦੇ ਹੋ। 90 ਗ੍ਰਾਮ ਪਾਣੀ 'ਚ 18 ਗ੍ਰਾਮ ਦੇ ਕਿੰਨੇ ਉਹ ਬੰਦੇ ਹੈਗੇ ਆ 18 ਗ੍ਰਾਮ 'ਚ ਕਿੰਨੇ ਮੋਲੀਕਿਊਲਸ ਹੁੰਦੇ ਆ ਐਵੋਗੈਡਰੋ 1 'ਚ ਕਿੰਨੇ ਆਉਣਗੇ 18 ਅਤੇ 90 'ਚ। ਠੀਕ ਹੈ, ਇੱਦਾਂ ਕਰਕੇ ਤੁਸੀਂ ਇਹਨੂੰ ਆਨਸਰ ਕੱਢ ਸਕਦੇ ਹੋ। ਇਕਾਈ ਮੈਥਡ ਨਾਲ ਅਸੀਂ ਕੱਢ ਰਹੇ ਹਾਂ ਵੀ ਇੰਨੇ ਗ੍ਰਾਮ ਦਾ ਵੇਟ ਇੰਨਾ ਹੈਗਾ 1 ਦਾ ਕਿੰਨਾ ਹੋਊਗਾ ਅਤੇ ਇੰਨੀਆਂ ਚੀਜ਼ਾਂ ਦਾ ਕਿੰਨਾ ਹੋਊਗਾ, ਇਸ ਮੈਥਡ ਨਾਲ ਕੱਢ ਰਹੇ ਹਾਂ। ਤਾਂ 1 ਮੋਲ ਦੇ ਵਿੱਚ ਕਿੰਨੇ ਐਟਮਸ ਹੁੰਦੇ ਆ 6.02 10 ਦੀ ਪਾਵਰ 23 ਐਟਮਸ ਮੋਲੀਕਿਊਲਸ ਵਗੈਰਾ। ਜਿਵੇਂ ਇਹਨਾਂ ਨੇ ਫੋਸਫੋਰਸ ਦਾ ਕਿਹਾ 1 ਮੋਲ 'ਚ ਫੋਸਫੋਰਸ ਦੇ ਵਿੱਚ ਕਿੰਨੇ ਐਟਮ ਹੋਣਗੇ ਐਵੋਗੈਡਰੋ ਨੰਬਰ। ਠੀਕ ਹੈ, 23 ਉਹਨਾਂ ਨੇ 4 ਮੋਲ ਦਾ ਪੁੱਛਿਆ 6 ਚੌਕਾ 24 ਅਤੇ ਬਾਕੀ ਤੁਸੀਂ ਐਡਜਸਟ ਕਰ ਲਓ। ਆ ਪਹਿਲੀਆਂ ਡਿਜ਼ਿਟਸ ਦੀ ਗੁਣਾ ਕਰ ਲੈਣੀ ਚਾਹੀਦੀ ਹੈ। ਠੀਕ ਹੈ, ਤਾਂ ਇੱਦਾਂ ਇਹਨਾਂ ਨੇ ਕੁਐਸਚਨ ਪੁੱਛਿਆ ਬੇਟਾ ਇਹ ਪ੍ਰੈਕਟਿਸ ਨਾਲ ਆਉਂਦੇ ਹੈਗੇ ਆ ਹੈ ਬਿਲਕੁਲ ਸਿੰਪਲ। ਹਾਊ ਮੈਨੀ ਐਟਮਸ ਆਫ ਹਾਈਡਰੋਜਨ ਇਹਦੇ ਵਿੱਚ ਹਾਈਡਰੋਜਨ ਦੇ ਕਿੰਨੇ ਐਟਮ ਹੈ 2 ਹੈ। ਠੀਕ ਹੈ, ਅਤੇ 1 ਮੋਲੀਕਿਊਲ ਦੇ ਵਿੱਚ ਹਾਈਡਰੋਜਨ ਦੇ ਐਟਮ ਕਿੰਨੇ ਹੈਗੇ 1 ਮੋਲ ਦੇ ਵਿੱਚ 23 ਤਾਂ 2 ਮੋਲਸ ਦੇ ਵਿੱਚ ਕਿੰਨੇ ਹੋਣਗੇ 6 ਦੂਣੀ 12। ਠੀਕ ਹੈ, ਇੱਦਾਂ ਪੁਆਇੰਟਸ ਅੱਧੋ ਵੱਧ ਹਾਊ ਮੈਨੀ ਮੋਲਸ ਆਫ ਇਹ ਤੋਂ ਕਿੰਨੇ ਮੋਲਸ ਬਣਨਗੇ। ਠੀਕ ਹੈ, ਗਿਵਨ ਨੂੰ ਐਵੋਗੈਡਰੋ 'ਤੇ ਡਿਵਾਈਡ ਕਰ ਲਓ ਐਨ ਦੀ ਵੈਲਿਊ ਆ ਜਾਏਗੀ। ਇਸ ਨੂੰ ਐਵੋਗੈਡਰੋ ਨੰਬਰ 'ਤੇ ਡਿਵਾਈਡ ਕਰ ਦਿਓ। ਠੀਕ ਹੈ, 6 ਕੁਛ ਜੇ ਅਸੀਂ 5 ਆ ਸਕਦਾ ਆਨਸਰ ਹੈ ਨਾ, ਇੱਦਾਂ ਕੱਢ ਲਓ। ਜਾਂ ਵੀ ਇੰਨੇ ਐਵੋਗੈਡਰੋ ਨੰਬਰ ਹੈਗੇ ਆ 10 ਦੀ ਪਾਵਰ 23 ਐਵੋਗੈਡਰੋ ਕਿੰਨੇ ਦੇ ਬਰਾਬਰ ਹੈ 1 ਮੋਲ ਦੇ 1 'ਚ ਕਿੰਨੇ ਹੋਣਗੇ ਡਿਵਾਈਡ ਬਾਏ ਐਵੋਗੈਡਰੋ ਨੰਬਰ ਔਰ ਜਿੰਨੇ 'ਚ ਇਹਨਾਂ ਨੇ ਪੁੱਛਿਆ ਗਿਵਨ ਅਪੋਨ ਮੋਲੀਕੂਲਰ ਮਾਸ। ਆਈ ਵਿਲ ਚੇਂਜ ਦੀ ਕਲਰ ਆਫ ਪੈਨਸਿਲ ਸੋ ਦੈਟ ਇਟ ਮੇ ਬੀ ਵਿਜ਼ੀਬਲ ਮੋਰ ਕਲੀਅਰਲੀ। ਠੀਕ ਹੈ, ਤਾਂ ਇੱਦਾਂ ਛੋਟੇ ਛੋਟੇ ਕੁਐਸਚਨਸ ਹੈਗੇ ਆ। ਹੋਰ ਦੇਖੋ ਗਿਵਨ ਮਾਸ ਨੂੰ ਮੋਲੀਕੂਲਰ ਮਾਸ ਨਾਲ ਡਿਵਾਈਡ ਕੀਤਾ। ਗਿਵਨ ਮਾਸ ਹੈ ਇਹਨੂੰ ਮੋਲੀਕੂਲਰ ਮਾਸ ਆਫ ਗੋਲਡ ਨਾਲ ਡਿਵਾਈਡ ਕੀਤਾ ਤਾਂ ਨੰਬਰ ਆਫ ਮੋਲਸ ਆ ਜਾਣਗੇ ਜਾਂ ਤੁਸੀਂ ਠੀਕ ਹੈ ਕੈਲਕੂਲੇਟ ਕਰ ਸਕਦੇ ਹੋ ਵੀ ਇਹ 197 ਗ੍ਰਾਮ ਜਿਹੜਾ ਹੈਗਾ 1 ਮੋਲ ਦੇ ਬਰਾਬਰ ਹੈ। ਤਾਂ 1 ਗ੍ਰਾਮ ਬਟਾ 197 100 ਗ੍ਰਾਮ 'ਚ ਕਿੰਨੇ ਹੋਣਗੇ ਗੁਣਾ 100। ਪਹਿਲਾਂ ਤੁਸੀਂ ਯੂਨਿਟੀ ਮੈਥਡ ਨਾਲ ਕਰੋ। ਠੀਕ ਹੈ, ਅਮੋਨੀਆ ਦਾ ਮੋਲੀਕੂਲਰ ਮਾਸ ਕਿੰਨਾ ਹੁੰਦਾ 14 + 3 × 1 17 ਗ੍ਰਾਮ। ਤਾਂ 17 ਗ੍ਰਾਮ ਜਿਹੜਾ ਅਮੋਨੀਆ ਹੈਗਾ ਉਹ ਕਿਹਦੇ ਬਰਾਬਰ ਹੋਊਗਾ 1 ਮੋਲ ਦੇ ਬਰਾਬਰ। ਤਾਂ 4 ਮੋਲ ਦਾ ਇੰਟੂ 4 ਕਰ ਲਾਂਗੇ। ਠੀਕ ਹੈ, 68 ਗ੍ਰਾਮ ਆ ਜਾਏਗਾ। ਇਹ ਬੜੇ ਛੋਟੇ ਛੋਟੇ ਨੂਮੈਰੀਕਲ ਲਏ ਹੈਗੇ ਆ, ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰੋਗੇ ਫਿਰ ਜਿੰਨੇ ਵੱਧ ਨੂਮੈਰੀਕਲ ਕੱਢੋਗੇ ਓਨਾ ਜ਼ਿਆਦਾ ਕਲੈਰਿਟੀ ਹੋਏਗੀ। ਆਇਰਨ ਦਾ ਪਹਿਲਾਂ ਟੇਬਲ 'ਚੋਂ ਮੋਲੀਕੂਲਰ ਮਾਸ ਦੇਖੋ ਕਿੰਨਾ ਹੁੰਦਾ 58। ਠੀਕ ਹੈ, ਗਿਵਨ ਮਾਸ ਨੂੰ ਐਨ ਨੰਬਰ ਆਫ ਮੋਲਸ ਕੱਢਣੇ ਆ। ਗਿਵਨ ਮਾਸ ਨੂੰ ਮੋਲੀਕੂਲਰ ਮਾਸ ਨਾਲ ਕੀ ਕਰ ਦਿਓ ਡਿਵਾਈਡ ਕਰ ਦਿਓ ਤਾਂ ਇਹ ਕੀ ਆ ਜਾਣਗੇ ਨੰਬਰ ਆਫ ਮੋਲਸ ਆ ਜਾਣਗੇ। ਠੀਕ ਹੈ, ਅੱਗੇ ਹੋਰ ਕੀ ਆ ਹਾਊ ਮੈਨੀ ਐਟਮਸ ਆਰ ਦੇਅਰ। ਜਦੋਂ ਨੰਬਰ ਆਫ ਮੋਲਸ ਆ ਗਏ ਇੰਨਾ ਸਵਾਲ ਅਸੀਂ ਕੱਢ ਚੁੱਕੇ ਨੰਬਰ ਆਫ ਮੋਲਸ ਆ ਗਏ 1 ਮੋਲ 'ਚ ਕਿੰਨੇ ਐਟਮਸ ਹੈਗੇ ਆ ਐਵੋਗੈਡਰੋ ਨੰਬਰ ਅਤੇ ਆ ਜਿਹੜਾ ਗਿਵਨ 'ਚ
ठीक है इंटू कर लांगे ਤਾਂ ਇੱਦਾਂ ਨੰਬਰ ਆਫ ਐਟਮਸ ਵੀ ਆ ਜਾਣਗੇ। ਥੋੜ੍ਹਾ ਡਬਲ ਸਵਾਲ ਸੀ, ਪ੍ਰੈਕਟਿਸ ਨਾਲ ਆ ਜਾਂਦਾ ਹੈਗਾ। ਦੁਬਾਰਾ ਦੇਖੋ ਅਸੀਂ ਕਿਵੇਂ ਲਗਾ ਰਹੇ ਹੈਗੇ ਆ, ਇਹਨਾਂ ਦੇ ਵਿੱਚ ਹੀ ਅਸੀਂ 1 ਮੋਲ ਦੇ ਵਿੱਚ ਐਵੋਗੈਡਰੋ ਨੰਬਰ ਔਰ ਗ੍ਰਾਮ ਮੋਲੀਕੂਲਰ ਮਾਸ, ਇਹਨਾਂ ਤਿੰਨਾਂ 'ਚੋਂ 1 ਮੋਲ 'ਚ ਅਗਰ ਐਵੋਗੈਡਰੋ ਨੰਬਰ 2 'ਚ ਪੁੱਛੇ ਹੋਣ 2 ਨਾਲ ਗੁਣਾ ਕਰ ਲਾਂਗੇ। ਠੀਕ ਹੈ, ਇੱਧਰੋਂ ਵੀ ਇੱਧਰ ਚੱਲ ਸਕਦੇ ਆ, ਯੂਨਿਟੀ ਮੈਥਡ ਹੈਗਾ। ਠੀਕ ਹੈ, ਫਾਰਵਰਡ ਡਾਇਰੈਕਸ਼ਨ ਜਾਂ ਰਿਵਰਸ। ਹਾਊ ਮੈਨੀ ਐਟਮਸ ਆਰ ਪ੍ਰੈਜੈਂਟ ਇਨ 1 ਗ੍ਰਾਮ ਆਫ ਦੀ ਸਿਲਵਰ। ਸਿਲਵਰ ਦੇ 1 ਗ੍ਰਾਮ 'ਚ ਕਿੰਨੇ ਹੋਣਗੇ। ਸਿਲਵਰ ਦਾ ਮੋਲੀਕੂਲਰ ਮਾਸ ਕਿੰਨਾ ਹੈਗਾ, ਪਹਿਲਾਂ ਮੋਲਸ ਕੱਢੋ। 107.9 ਗ੍ਰਾਮ ਕਿੰਨੇ ਦੇ ਬਰਾਬਰ ਹੈ, 1 ਮੋਲ ਦੇ ਬਰਾਬਰ ਹੈ। ਤਾਂ 1 ਗ੍ਰਾਮ ਕਿੰਨੇ ਦੇ ਬਰਾਬਰ ਹੋਊਗਾ, 1 ਇੰਨੇ। ਤਾਂ ਤੋਂ ਨੰਬਰ ਆਫ ਮੋਲਸ ਆ ਜਾਣਗੇ। ਠੀਕ ਹੈ, 1 ਮੋਲ 'ਚ ਫਿਰ ਕਿੰਨੇ ਐਵੋਗੈਡਰੋ ਨੰਬਰ ਹੁੰਦੇ ਆ, 6.023। ਠੀਕ ਹੈ, ਜੋ ਇੱਥੇ ਆਨਸਰ ਆਇਆ ਉਹਨੂੰ ਐਵੋਗੈਡਰੋ ਨੰਬਰ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਆਨਸਰ ਆ ਜਾਏਗਾ। ਠੀਕ ਹੈ, ਡਬਲ ਸਵਾਲ ਹੈ, ਗਿਵਨ ਮਾਸ ਅਪੋਨ ਮੋਲੀਕੂਲਰ ਮਾਸ। ਤਾਂ ਤੋਂ ਮੋਲਸ ਆ ਗਏ, ਕਿੰਨੇ ਮੋਲਸ ਹੈ, 1 ਮੋਲ 'ਚ ਇੰਨੇ ਐਵੋਗੈਡਰੋ ਹੁੰਦੇ ਆ ਔਰ ਇੰਨੇ 9×1 ਠੀਕ ਹੈ। ਤਾਂ ਇੱਦਾਂ ਆਨਸਰ ਤੁਸੀਂ ਥੋੜ੍ਹਾ ਜਿਹਾ ਕੈਲਕੂਲੇਟਰ ਕਰ ਸਕਦੇ ਹੈਗੇ ਹੋ। ਅੱਗੇ ਦੇਖੋ ਕਿੰਨਾ ਹੈਗਾ ਸਲਫਰ ਦੇ ਇੰਨੇ ਐਟਮਸ। ਜਿਹੜਾ ਐਵੋਗੈਡਰੋ ਨੰਬਰ ਹੈ, ਠੀਕ ਹੈ, 10 ਦੀ ਪਾਵਰ ਥੋੜ੍ਹਾ ਅੱਛੀ ਤਰ੍ਹਾਂ ਲਿਖਦੇ ਹਾਂ ਅਸੀਂ, ਇਹ ਕਿੰਨੇ ਦੇ ਬਰਾਬਰ ਹੋਊਗਾ, 32 ਗ੍ਰਾਮ ਸਲਫਰ ਦੇ 1 'ਚ ਡਿਵਾਈਡ ਬਾਈ ਐਵੋਗੈਡਰੋ ਨੰਬਰ। ਠੀਕ ਹੈ, ਔਰ ਉਹਨੇ ਕਿੰਨੇ ਪੁੱਛੇ ਆ 2 ਪੁਆਇੰਟ, ਉਦੋਂ ਬਾਅਦ ਅਸੀਂ ਆਹੀ ਲਾਉਂਦੇ ਹਾਂ ਨਾ, ਇੰਨੇ ਦੇ ਵਿੱਚ ਕਿੰਨੇ ਗ੍ਰਾਮ ਹੋਣਗੇ, 2.01 10 ਦੀ ਪਾਵਰ 22 ਦਾ। ਦੇਖੋ ਇਹਨੂੰ 64 ਹੈ, ਨੀਚੇ 60 ਹੈ, ਆਲਮੋਸਟ 64 ਨੂੰ ਅਗਰ 60 'ਤੇ ਡਿਵਾਈਡ ਕਰੀਏ ਤਾਂ 1 ਆਨਸਰ ਆ ਜਾਊਗਾ, ਇਹ ਆ ਰਿਹਾ ਹੈਗਾ। ਠੀਕ ਹੈ, ਅਪਰੋਕਸੀਮੇਸ਼ਨ ਲਗਾਈ ਹੈਗੀ ਹੈ ਉਦੋਂ ਬਾਅਦ ਹੈਗਾ 3.5 ਮੋਲ ਜਿਹੜੇ ਹੈਗੇ ਆ ਕਾਰਬਨ ਦੇ, 1 ਮੋਲ ਦਾ ਕਾਰਬਨ ਦੇ। ਠੀਕ ਹੈ, ਇੱਥੇ ਦੇਖਿਆ ਕਰੋ 1 ਮੋਲ 'ਚ ਕਿੰਨੇ ਗ੍ਰਾਮ ਹੋਣਗੇ, 12 ਗ੍ਰਾਮ। ਅਤੇ 3.5 'ਚ 12 ਤੀਆ 36 36 ਅਤੇ 3.5 35 ਨੂੰ 12 ਨਾਲ ਗੁਣਾ ਕਰੋ। ਠੀਕ ਹੈ, ਬਟਾ 10 ਲਗਾ ਕੇ ਮੈਂ ਵੈਸੇ ਅਪਰੋਕਸੀਮੇਸ਼ਨ ਲਾ ਰਹੀ ਸੀ। 12 ਤੀਆ 36 ਹੋ ਗਏ, 36 ਅਤੇ 6 42। ਠੀਕ ਹੈ, 42 ਗ੍ਰਾਮ ਆ ਗਿਆ। ਅਪਰੋਕਸੀਮੇਸ਼ਨ ਮੈਥਡਸ ਦੇ ਨਾਲ ਮੈਂ ਕੈਲਕੂਲੇਸ਼ਨਾਂ ਕਰਦੀ ਹੈਗੀ ਹਾਂ, ਸਿਰਫ ਅਗਲੀਆਂ ਟਰਮਸ ਦੀਆਂ। ਉਸ ਤੋਂ ਬਾਅਦ ਹੈਗਾ ਫੈਰਕ ਕਲੋਰਾਈਡ ਦਾ ਪਹਿਲਾਂ ਮੋਲੀਕੂਲਰ ਮਾਸ। ਆਇਰਨ ਕਲੋਰਾਈਡ ਦਾ, ਆਇਰਨ ਦਾ 55 ਪੁਆਇੰਟ ਇੱਧਰ ਲਿਖਿਆ ਹੋਇਆ ਸਾਈਡ 'ਤੇ, ਕਲੋਰੀਨ ਦਾ 3 ਗੁਣਾ 35 ਹੁੰਦਾ ਸ਼ਾਇਦ, 35.5। ਤਾਂ ਮੋਲੀਕੂਲਰ ਮਾਸ ਟੋਟਲ ਕਿੰਨਾ ਆ ਗਿਆ, 162.3 ਗ੍ਰਾਮ। ਇਹ ਮੈਂ ਕੀ ਕੱਢਿਆ, ਇਹਦਾ ਮੋਲੀਕੂਲਰ ਪਰਮਾਣੂ ਪੁੰਜ ਕੱਢ ਲਿਆ। 1 ਮੋਲ ਦੇ ਵਿੱਚ ਐਵੋਗੈਡਰੋ ਨੰਬਰ, ਠੀਕ ਹੈ, ਜਾਂ 1 ਮੋਲ ਜਿਹੜਾ ਹੈਗਾ ਇੰਨੇ ਗ੍ਰਾਮ ਦੇ ਬਰਾਬਰ ਹੋਊਗਾ। ਤਾਂ ਅਸੀਂ ਕੱਢ ਸਕਦੇ ਹਾਂ ਵੀ 1 ਮੋਲ ਦੇ ਵਿੱਚ ਕਿਆ ਕੱਢਣਾ, ਇਫ ਆਈ ਹੈਵ ਇੰਨੇ ਮੋਲੀਕੂਲ ਆਫ ਆਇਰਨ ਕਲੋਰਾਈਡ ਹਾਊ ਮੈਨੀ ਗ੍ਰਾਮ ਡੂ ਆਈ ਹੈਵ। ਠੀਕ ਹੈ, ਇੱਦਾਂ ਲਗਾ ਲਓ, ਐਵੋਗੈਡਰੋ ਨੰਬਰ ਹੈ ਜਿਹੜਾ 10 ਦੀ ਪਾਵਰ 23 ਆਫ ਦੀ ਆਇਰਨ ਕਲੋਰਾਈਡ, ਉਹਦਾ ਮਾਸ ਕਿੰਨਾ ਆ ਗਿਆ 162.3 ਹੈ ਨਾ, ਗ੍ਰਾਮ ਆ ਗਿਆ। 1 ਦਾ ਕਿੰਨਾ ਆ ਜਾਊਗਾ, ਡਿਵਾਈਡ ਬਾਏ 10 ਦੀ ਪਾਵਰ 23। ਅਤੇ ਕਿੰਨਾ ਉਹਨਾਂ ਨੇ ਪੁੱਛਿਆ, ਇੰਨੇ ਮੋਲੀਕਿਊਲਸ ਦਾ ਮਾਸ ਕਿੰਨਾ ਹੋਊਗਾ, ਇੱਧਰ ਗੁਣਾ, ਸੌਰੀ ਰਾਈਟ ਕਰੋ ਦੁਬਾਰਾ। ਦੇਖੋ 162.3 ਅਪੋਨ ਐਵੋਗੈਡਰੋ ਨੰਬਰ ਗੁਣਾ ਕਿੰਨਾ ਪੁੱਛਿਆ 1.6 10 ਦੀ ਪਾਵਰ 24। ਠੀਕ ਹੈ, ਕੈਲਕੂਲੇਸ਼ਨਾਂ ਕਰ ਲਾਂਗੇ, ਇੱਥੇ ਭਰ ਲਿਓ 6.02 10 ਦੀ ਪਾਵਰ, ਫਿਰ ਕੈਲਕੂਲੇਸ਼ਨ ਕਰਕੇ 430 ਗ੍ਰਾਮ ਆ ਗਿਆ। ਠੀਕ ਹੈ, ਕਾਪੀ 'ਤੇ ਥੋੜ੍ਹੀ ਜ਼ਿਆਦਾ ਸਪੇਸ ਹੁੰਦੀ ਹੈਗੀ ਆ, ਤਾਂ ਬਿਲਕੁਲ ਸਿੰਪਲ ਹੈਗਾ। ਜੇ 1 ਮੋਲ ਦੇ ਵਿੱਚ ਕਿੰਨੇ ਐਵੋਗੈਡਰੋ ਹੈਗੇ ਆ, 10 ਦੀ ਪਾਵਰ 23 ਐਟਮਸ ਜਾਂ ਮੋਲੀਕਿਊਲ। 1 ਮੋਲ ਦੇ ਵਿੱਚ ਕਿੰਨੇ ਗ੍ਰਾਮ ਮੋਲੀਕੂਲਰ, ਜਿਹੜਾ ਵੀ ਫਾਰਮੂਲਾ ਹੁੰਦਾ ਮਾਸ ਕਹਿ ਸਕਦੇ ਹੋ। ਇਹਨਾਂ 'ਚ ਰਿਲੇਸ਼ਨਸ਼ਿਪ ਹੈ, 1 ਮੋਲ 'ਚ ਇੰਨੇ ਐਵੋਗੈਡਰੋ ਹੈ, 10 ਮੋਲ 'ਚ ਕਿੰਨੇ ਹੋਣਗੇ, ਗੁਣਾ 10 ਕਰ ਲਾਂਗੇ।
ਜੇ ਪੁੱਛਿਆ ਹੋਵੇ ਵੀ ਇੰਨੇ ਐਟਮਸ ਤੋਂ ਇੱਕ ਮੋਲ ਬਣਦਾ ਗਿਵਨ ਤੋਂ, ਠੀਕ ਹੈ, ਜਿਹੜਾ ਗਿਵਨ ਹੋਊਗਾ ਇਨਟੂ ਕਰ ਲਾਂਗੇ, ਜਿਵੇਂ ਵੀ ਡਿਵਾਈਡ, ਜਾਂ ਇੰਨਾ ਜਿਵੇਂ ਪੁੱਛਿਆ 48 ਗ੍ਰਾਮ ਹੈ, ਠੀਕ ਹੈ, ਕਾਰਬਨ ਦਾ 12 ਗ੍ਰਾਮ ਦਾ 1 ਮੋਲ ਹੁੰਦਾ, 48 ਦੇ ਕਿੰਨੇ ਬਣ ਜਾਣਗੇ, 4 ਮੋਲ ਬਣ ਜਾਣਗੇ। ਕਾਰਬਨ ਦੀ ਗੱਲ ਕਰ ਰਹੇ ਹਾਂ ਤਾਂ ਇੱਦਾਂ ਤੁਸੀਂ ਪਹਿਲਾਂ ਯੂਨਿਟੀ ਮੈਥਡ ਲਗਾ ਕੇ ਦੇਖੋ, ਬਿਲਕੁਲ ਸਿੰਪਲ ਹੈ। ਅਸੀਂ ਜਿਵੇਂ ਕਹਿੰਦੇ ਹਾਂ ਵੀ 100 ਗ੍ਰਾਮ ਚੀਜ਼ ਹੈ, ਉਹ ਕਿੰਨੇ ਦੇ ਬਰਾਬਰ ਹੋਗੀ, 1 ਮੋਲ ਦੇ। 400 ਗ੍ਰਾਮ ਚੀਜ਼ ਕਿੰਨੇ ਦੇ ਬਰਾਬਰ ਹੋ ਜੂਗੀ, 4 ਮੋਲ ਦੇ, ਠੀਕ ਹੈ। ਤੁਸੀਂ ਫਾਰਵਰਡ ਡਾਇਰੈਕਸ਼ਨ ਕਰਨੀ ਵੀ ਯੂਨਿਟੀ ਮੈਥਡ ਲਗਾ ਸਕਦੇ ਹੋ ਔਰ ਬੈਕਵਰਡ ਵੀ ਲਗਾ ਸਕਦੇ ਹੋ। ਜਿਵੇਂ ਅਸੀਂ ਆਮ ਸਿੰਪਲ ਸਵਾਲ ਕੱਢਦੇ ਹਾਂ ਵੀ ਇੰਨੀਆਂ ਪੈਨਸਲਾਂ ਦੀ ਕੀਮਤ 20 ਰੁਪਏ ਹੈ, 10 ਪੈਨਸਲਾਂ ਦੀ ਕੀਮਤ ਕਿੰਨੀ ਹੋਊਗੀ, ਉਹਨੂੰ ਫਾਰਵਰਡ ਅਤੇ ਰਿਵਰਸ ਦੋਨੋਂ ਡਾਇਰੈਕਸ਼ਨ 'ਚ ਪਾਉਂਦੇ ਹਾਂ ਨਾ, ਪਹਿਲਾਂ ਯੂਨਿਟੀ ਮੈਥਡ ਨਾਲ ਕੱਢੋ, ਨਹੀਂ ਤਾਂ ਗਿਵਨ ਮਾਸ ਅਪੋਨ ਮੋਲੀਕੂਲਰ ਮਾਸ, ਜਾਂ ਗਿਵਨ ਜਿਹੜਾ ਆਸਕ ਹੈਗਾ ਵੀ ਇੰਨੇ 'ਚ ਕਿੰਨੇ ਮੋਲੀਕਿਊਲਸ ਹੋਣਗੇ ਅਪੋਨ ਐਵੋਗੈਡਰੋ ਨੰਬਰ ਕਰਕੇ ਤੁਸੀਂ ਕੱਢ ਸਕਦੇ ਹੋ। ਇਹ ਸਾਰਾ ਕੁਝ ਹੌਲੀ ਹੌਲੀ ਬਿਲਕੁਲ ਆਸਾਨ ਜੇ ਨੂਮੈਰੀਕਲ ਅਸੀਂ ਇਹਦੇ ਵਿੱਚ ਲਏ ਹੈਗੇ ਆ, ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਸਕੇ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ। ਜ਼ਿਆਦਾ ਔਖੇ ਨੂਮੈਰੀਕਲ ਨਹੀਂ ਲਗਾਏ ਹੈਗੇ, ਇਹ ਮੋਲ ਕੰਸੈਪਟ ਸੀਗਾ, ਮੋਲ ਸੰਕਲਪ, ਠੀਕ ਹੈ। ਇੰਗਲਿਸ਼ ਦੀਆਂ ਸਲਾਈਡਾਂ ਲਗਾ ਰਹੇ ਹਾਂ ਪਰ ਪੜ੍ਹਾ ਪੰਜਾਬੀ 'ਚ ਰਹੇ ਹਾਂ। ਹੋਪ ਸੋ ਇਹ ਸੌਖੇ ਪਹਿਲਾਂ ਨੂਮੈਰੀਕਲ ਕੱਢ ਲਓ, ਮੋਲੀਕੂਲਰ ਮਾਸ ਕੈਲਕੂਲੇਟ ਕਰਨ ਦਾ ਯੂਨਿਟੀ ਮੈਥਡ ਨਾਲ ਸਿੱਖ ਲਓ, ਦੈਨ ਫਾਰਮੂਲਾ 'ਚ ਗਿਵਨ ਮਾਸ ਅਪੋਨ ਮੋਲੀਕੂਲਰ ਮਾਸ ਦੇ ਅਕੋਰਡਿੰਗ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ। ਦਿਸ is a collaborated work for the Khan Academy in on the advice of Dr. Davinder Singh Chahal, BM Banood, myself Monica Mehta, Science Minister, GSS Logan. Thank you for watching.